तेरे कवन कवन गुण कह कहे गावा। तू साहिब गुणी निधाना। तुमरी महिमा वर्ण ना साको। तू ठाकुर ऊच भगवाना। सतनाम वाहिगुरु साहिब जियो। एक ओंकार सतगुर प्रसाद। राग सूही महला तीजा कर तीजा। भगत जना की हर जियो राखै। जुग जुग रखदा आया राम। भगत जना की हर जियो राखै। जुग जुग रखदा आया राम। सो भगत जो गुरमुख होवै। हऊँ मैं शब्द जलाया राम। हऊँ मैं शब्द जलाया। मेरे हर भाया। जिसकी जिस दी साची बाणी। सच्ची भगत करें दिन राती। गुरमुख आख वखाणी। भगतां की चाल सच्ची अति निर्मल। नाम सच्चा मन पाया। नानक भगत सोहें दर साचै। जिन्हीं सच्चो सच कमाया। हर भगतां की जात पत है। भगत हर कै नाम समाणे राम। हर भगत करें विचों आप गवावें। जिन गुण अवगण पछाणे राम। गुण अवगण पछाणै। हर नाम वखाणै। पै भगत मीठी लागी। अन दिन भगत करें दिन राती। करही मह बैरागी। भगती राते सदा मन निर्मल। हर जियो वेखें सदा नाले। नानक से भगत हर कै दर साचे। अनदिन नाम संभाले। नानक से भगत हर कै दर साचे। अनदिन नाम संभाले। वाहिगुरु जी का खालसा वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी। गुरु पातशाह जी दी अजीम अपार बख्शिश। शाम समय असी सत्संगत दे इस समय ਨੂੰ ਮਾਣ ਰਹੇ ਹਾਂ। ਇਸ ਸਮੇਂ ਵਿੱਚ ਹਰ ਰੋਜ਼ ਗੁਰਬਾਣੀ ਵਿਆਖਿਆ ਹੁੰਦੀ ਹੈ। ਸੂਹੀ ਰਾਗ ਦੇ ਬਚਨਾਂ ਨੂੰ ਅਸੀਂ ਗੁਰ ਆਸੀਸ ਨਾਲ ਵਿਚਾਰ ਰਹੇ ਹਾਂ। ਛੰਤਾਂ ਦੇ ਇਹ ਸ਼ਬਦ ਨੇ। ਗੁਰੂ ਅਮਰਦਾਸ ਮਹਾਰਾਜ ਨਾਨਕ ਜੋਤ ਦਾ ਤੀਸਰਾ ਜਾਮਾ ਤੀਸਰੇ ਮਹਿਲ ਇਹਨਾਂ ਸ਼ਬਦਾਂ ਨੂੰ ਉਚਾਰ ਰਹੇ ਨੇ। ਆਪ ਜੀ ਨੇ ਇਸ ਪਾਵਨ ਸ਼ਬਦ ਦਾ ਸ਼ੁਰੂਆਤੀ ਬੰਦ ਪਹਿਲਾ ਪਦਾ ਬੀਤੇ 2 ਰੋਜ਼ ਵਿੱਚ ਬਾਵਿਸਥਾਰ ਵਿਆਖਿਆ ਸਹਿਤ ਸਰਵਨ ਕੀਤਾ ਹੈ। ਅੱਜ ਜੋ 2 ਨੰਬਰ ਬੰਦ ਆ ਉਹਦੀ ਅਸੀਂ ਤਕਰੀਰ ਵਿਚਾਰ ਕਰਾਂਗੇ। ਸਭ ਜ਼ਿਕਰ ਕਰ ਰਹੇ ਨੇ ਹਰ ਭਗਤਾਂ ਕੀ ਜਾਤ ਪਤ ਹੈ। ਭਗਤ ਹਰ ਕੈ ਨਾਮ ਸਮਾਣੇ ਰਾਮ। ਕਿਉਂਕਿ ਇਹ ਸਾਰੇ ਸ਼ਬਦ ਦੇ ਵਿੱਚ ਭਗਤ ਜਿਹਦੇ ਬਾਬਤ ਅਸੀਂ ਵਿਆਖਿਆ ਕੀਤੀ ਸੀ। ਜਿਹਨੇ ਜੀਵਨ ਵਿੱਚ ਭਜਨ ਦੇ ਸਦਕਾ ਜ਼ਿੰਦਗੀ ਦਾ ਅਸਲ ਗਿਆਨ ਅਖਤਿਆਰ ਕੀਤਾ ਅਤੇ ਉਹਨੂੰ ਅਪਲਾਈ ਕੀਤਾ, ਇੰਪਲੀਮੈਂਟੇਸ਼ਨ ਹੋਈ ਉਹਦੀ।
ਉਹਦੇ ਵਿੱਚੋਂ ਵਿਵੇਕ ਦਾ ਇਸਤੇਮਾਲ ਕਰਕੇ ਜੋ ਕਾਰਜ ਮਨੁੱਖ ਨੂੰ ਨਹੀਂ ਸੋਭਦੇ ਉਹ ਛੱਡ ਦਿੱਤੇ, ਜੋ ਕਰਨ ਗੋਚਰੇ ਨੇ, ਜਿਹੜੇ ਮਨੁੱਖ ਲਈ ਐਥੀਕਲੀ ਪ੍ਰਿੰਸੀਪਲੀ ਐਪਰੋਪਰੀਏਟ, ਜਿਹਨਾਂ ਦੀ ਐਪਰੋਪਰੀਏਸ਼ਨ ਆ, ਉਸ ਕਿਸਮ ਦੇ ਐਕਟੀਵਿਟੀਜ਼ ਨੂੰ ਉਹਨੇ ਅਡਾਪਟ ਕੀਤਾ। ਉਹ ਭਗਤ ਹੋ ਗਿਆ। ਉਸ ਭਗਤ ਦੀ ਸਤੁਤੀ ਤਾਰੀਫ, ਉਹਦੀ ਵਿਆਖਿਆ ਦੇ ਵਿੱਚ ਇਹ ਸਾਰੇ ਸ਼ਬਦਾਂ 'ਚ ਵੱਖਰੀ ਵੱਖਰੀ ਬਾਤ ਆਏਗੀ। ਇੱਥੇ ਸਭ ਨੇ ਬਾਤ ਕੀਤੀ ਹੈ, ਹਰ ਭਗਤਾਂ ਕੀ ਜਾਤ ਪਤ ਹੈ, ਭਗਤ ਹਰ ਕੈ ਨਾਮ ਸਮਾਣੇ ਰਾਮ। ਜਾਤ ਪਤ ਸਾਡਾ ਜਿਹੜਾ ਵੈਸਟਰਨਾਈਜ਼ ਵਰਲਡ ਆ, ਇਹਦੇ ਵਿੱਚ ਕਲਾਸ ਸਿਸਟਮ ਆ, ਜਿਹੜਾ ਸਾਊਥ ਏਸ਼ੀਅਨ ਅਸੀਂ ਖਿੱਤੇ 'ਚ ਦੇਖਦੇ ਹਾਂ, ਉੱਥੇ ਕਾਸਟ ਸਿਸਟਮ ਆ। ਹੁਣ ਜੋ ਕਾਸਟ ਸਿਸਟਮ ਆ, ਇਹਦੇ ਬਾਬਤ ਵੱਖਰੀ ਵੱਖਰੀ ਵਿਆਖਿਆ ਲੋਕਾਂ ਦੀ। ਕੋਈ ਕਹਿੰਦਾ ਕਿ ਪੁਰਾਣੇ ਸਮੇਂ ਕੰਮਾਂ ਦੇ ਮੁਤਾਬਕ ਬਣਾਏ ਗਏ ਸੀ, ਕੋਈ ਕਿਸੇ ਤਰੀਕੇ ਦੇ ਨਾਲ। ਪਰ ਜਦੋਂ ਤੁਸੀਂ ਜਿਨ੍ਹਾਂ ਲੋਕਾਂ ਨੇ ਇਸ ਜ਼ਾਤ ਪਰੰਪਰਾ ਕਰਕੇ, ਜ਼ਾਤ ਟ੍ਰੈਡੀਸ਼ਨਸ ਕਰਕੇ, ਜਾਤ ਐਕਸਰਸਾਈਜ਼ ਕਰਕੇ ਪੀੜ੍ਹੀਆਂ ਦੀਆਂ ਪੀੜ੍ਹੀਆਂ ਤਸ਼ੱਦਦ ਹੰਢਾਇਆ, ਉਹਨਾਂ ਨੂੰ ਪੁੱਛ ਕੇ ਦੇਖੋ। ਜਿਨ੍ਹਾਂ ਲੋਕਾਂ ਨੇ ਇਸ ਸਾਰੇ ਦੇ ਵਿੱਚੋਂ ਆਪਣੀ ਜਿਹੜੀ ਸੁਪਰਮੇਸੀ ਹੈ ਉਹਦੀ ਐਕਸਰਸਾਈਜ਼ ਕੀਤੀ ਹੈ, ਉਹ ਲੋਕ ਤੇ ਮੋਸਟਲੀ ਇਹਨੂੰ ਬੜੇ ਜਿਹੜਾ ਹੈਗਾ ਗਲੋਰੀਅਸ ਵੇ ਦੇ ਨਾਲ ਡਿਫਾਈਨ ਕਰਦੇ ਨੇ। ਇਹ ਅੱਜ ਮਾਡਰਨ ਪਰਸਪੈਕਟਿਵ ਦੇ ਵਿੱਚ ਇਕੁਐਲਿਟੀ ਦੀ ਤੇ ਹਿਊਮਨ ਵੈਲਿਊਜ਼ ਦੀ ਗੱਲ ਹੁੰਦੀ ਹੈ, ਤੇ ਫਿਰ ਵੀ ਉਹਨੂੰ ਕਿਸੇ ਨਾ ਕਿਸੇ ਢੰਗ ਨਾਲ ਜਸਟੀਫਾਈ ਕਰਦੇ ਨੇ ਵੀ ਭਾਈ ਇਹ ਤੇ ਖਿੱਤਿਆਂ ਕਰਕੇ ਸੀ, ਇਹ ਸਭ ਕਰਕੇ ਸੀ, ਇਹ ਸਭ ਚੀਜ਼ਾਂ ਕਰਕੇ। ਇੱਥੇ ਮੈਂ ਦੋ ਚਾਰ ਬੜੇ ਜਿਹੜੇ ਜਿਹਨਾਂ ਨੂੰ ਕਿਹਾ ਜਾਏ ਕਿ ਉਹ ਸੋਰਸ ਕੋਟ ਕਰ ਦਿੰਦਾ ਵਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਬੜੇ ਵਾਈਡ ਲੈਵਲ 'ਤੇ ਸਾਨੂੰ ਰੌਸ਼ਨ ਦਿਮਾਗ ਕਰਦੀ ਹੈ, ਸਾਨੂੰ ਐਜੂਕੇਟ ਕਰਦੀ ਹੈ। ਜਿਹੜੀ ਬਾਤ ਹੁੰਦੀ ਹੈ ਕਿ ਜਿਵੇਂ ਬੜੇ ਦਾਨਿਸ਼ਮੰਦ ਡਾਕਟਰ ਅੰਬੇਡਕਰ, ਜੋ ਖੁਦ ਇਸ ਜ਼ਾਤ ਪਾਤ ਦਾ ਵਿਕਟਿਮ ਰਹੇ, ਸਫਰਿੰਗ ਹੋਈ ਉਹਨਾਂ ਦੀ, ਸਫਰ ਕਰਕੇ ਨਿਕਲੇ ਵਿੱਚੋਂ ਐਜੂਕੇਸ਼ਨ ਦੇ ਨਾਲ। ਉਸ ਕਲੋਨੀਅਲ ਸਿਸਟਮ ਦੇ ਵਿੱਚ ਜਿੰਨਾ ਰੂਮ ਮਿਲਦਾ ਸੀਗਾ, ਉਸ ਰੂਮ ਨੂੰ ਯੂਜ਼ ਕਰਕੇ ਆਪਣੇ ਆਪ ਨੂੰ ਉਸ ਲੈਵਲ 'ਤੇ ਸਟੈਬਲਿਸ਼ ਕੀਤਾ, ਅਤੇ ਜਿਹਦੇ ਵਿੱਚੋਂ ਉਹਨਾਂ ਨੇ ਉਸੇ ਜ਼ਾਤ ਦੇ ਨਾਲ ਜੁੜੇ ਹੋਏ ਲੋਕ, ਜਿਹੜੇ ਉਹਨਾਂ ਦੇ ਜਿਹਨੂੰ ਕਿਹਾ ਜਾਏ ਕਮਿਊਨਿਟੀ ਸੀਗੀ, ਉਹਨਾਂ ਲਈ ਵੀ ਬਹੁਤ ਵੱਡੇ ਕਾਰਜ ਜਿਹੜਾ ਹੈਗਾ ਉਹਨਾਂ ਨੇ ਕੀਤੇ। ਖੈਰ, ਉਹਨਾਂ ਦੇ ਜਦੋਂ ਅਸੀਂ ਕੁਝ ਕਿਤਾਬਚੇ ਜਾਂ ਉਹਨਾਂ ਦੀਆਂ ਰਚਨਾਵਾਂ ਪੜ੍ਹਦੇ ਹਾਂ ਤੇ ਜ਼ਿਕਰ ਇਹ ਮਿਲਦਾ ਹੈ ਕਿ ਉਹਨਾਂ ਨੂੰ ਇੱਕ ਵਾਰੀ ਇੱਕ ਜਰਮਨ ਸਕਾਲਰ ਨੇ ਪੁੱਛਿਆ ਸੀਗਾ ਕਿ ਜਿਹੜਾ ਇੰਡੀਅਨ ਕਾਸਟ ਸਿਸਟਮ ਹੈ, ਕੈਨ ਯੂ ਐਕਸਪਲੇਨ ਟੂ ਅਸ ਵਾਟ ਇਜ਼ ਦੈਟ। ਉਹਨਾਂ ਜਿਹੜੀ ਮਿਸਾਲ ਦਿੱਤੀ, ਮੈਟਾਫੋਰ ਦਿੱਤਾ, ਕਮਾਲ ਦਾ ਸੀਗਾ। ਉਹਨਾਂ ਕਿਹਾ ਇਹ ਸਿਸਟਮ ਐਵੇਂ ਹੈ ਕਿ ਜੇ ਕੋਈ ਬਾਹਰੋਂ ਵੇਖਦਾ ਆ, ਉਹਨੂੰ ਬੜਾ ਸਫਿਸਟੀਕੇਟਡ ਤੇ ਬੜਾ ਜਿਹੜਾ ਆ ਅਪੀਲਿੰਗ ਲੱਗਦਾ ਆ ਵੀ ਕਿਆ ਦਰਜੇਬੰਦੀ ਕੀਤੀ ਹੈ। ਤੁਸੀਂ ਦੇਖੋਗੇ ਪਹਿਲਾਂ 4 ਵਰਣ ਨੇ, ਫਿਰ 4 ਵਰਣਾਂ ਦੀਆਂ ਅੱਗੇ ਸਬ ਡਿਵੀਜ਼ਨ ਨੇ, ਫਿਰ ਉਹਨਾਂ ਸਬ ਡਿਵੀਜ਼ਨ ਦੇ ਵਿੱਚ ਅਗਾਂਹ ਫਿਰ ਜਿਹੜਾ ਹੈਗਾ ਕਈ ਤਰ੍ਹਾਂ ਦੇ ਲਾਸਟ ਨੇਮ ਆ ਜਾਂਦੇ ਨੇ, ਜਿਹਨਾਂ ਨੂੰ ਅਸੀਂ ਉਪਨਾਮ ਕਹਿੰਦੇ ਹਾਂ। ਉਸ ਤਰੀਕੇ ਦੇ ਨਾਲ ਇਹ ਸਾਰੇ ਮਿਲਾ ਕੇ ਇੱਕ ਪੂਰੇ ਦਾ ਪੂਰਾ ਸਟਰਕਚਰ ਬਿਲਡ ਕੀਤਾ ਆ। ਉਹ ਕਹਿੰਦੇ ਜੇ ਕੋਈ ਬਾਹਰੋਂ ਵੇਖਦਾ ਆ ਤੇ ਬਾਹਰੋਂ ਉਹਨੂੰ ਲੱਗਦਾ ਹੈ ਕਿ ਬਹੁਤ ਕਮਾਲ ਹੈ, ਜਿਵੇਂ ਕੋਈ ਕਈ ਮਾਲੇ, ਕਈ ਮੰਜ਼ਲਾਂ ਦੀ ਕੋਈ ਇੱਕ ਬਿਲਡਿੰਗ ਆ ਜਿਹਦੇ 'ਚ ਮਲਟੀਪਲ ਫਲੋਰਸ ਨੇ, ਤੇ ਹਰ ਇੱਕ ਫਲੋਰ ਦੇ ਉੱਤੇ ਮਲਟੀਪਲ ਫਲੈਟ ਨੇ, ਮਲਟੀਪਲ ਜਿਹੜਾ ਉਹਦੇ 'ਚ ਰਿਹਾਇਸ਼ਾਂ ਬਣੀਆਂ ਨੇ ਸਾਰੇ ਦੀਆਂ ਸਾਰੀਆਂ। ਬਾਹਰੋਂ ਵੇਖਣ ਵਾਲੇ ਨੂੰ ਬੜਾ ਵਧੀਆ ਲੱਗਦਾ ਵੀ ਖੂਬਸੂਰਤ ਬੜੀ ਉਮਦਾ ਬਿਲਡਿੰਗ ਹੈ, ਜਿਹਦੇ 'ਚ ਮਲਟੀਪਲ ਕਈ ਦਰਜੇ ਨੇ, ਉਹਨਾਂ ਦਰਜਿਆਂ ਦੇ ਵਿੱਚ ਫਿਰ ਅਗਾਂਹ ਸਭ ਦਰਜੇ ਨੇ, ਸਭ ਚੀਜ਼ਾਂ ਬਣਦੀਆਂ ਨੇ। ਪਰ ਜੋ ਤੁਸੀਂ ਪ੍ਰੈਕਟੀਕਲੀ ਦੇਖਦੇ ਹੋ, ਉਸ ਬਿਲਡਿੰਗ ਦੇ 'ਚ ਇੱਕ ਬੜੀ ਵੱਡੀ ਅਲਾਮਤ ਹੈ। ਅਲਾਮਤ ਇਹ ਹੈ ਕਿ ਉਹਦੇ 'ਚ ਕੋਈ ਕਿਸੇ ਕਿਸਮ ਦੀਆਂ ਸਟੇਅਰਸ, ਲੈਡਰ, ਕੋਈ ਐਲੀਵੇਟਰ, ਕੋਈ ਇਹੋ ਜਿਹੀ ਚੀਜ਼ ਜਿਹੜੀ ਹੈ ਇਹ ਕੁਝ ਨਹੀਂ ਲੱਗਾ ਹੈਗਾ। ਜੋ ਜਿਸ ਮਾਲੇ ਤੇ, ਜਿਸ ਮੰਜ਼ਲ ਤੇ, ਜਿਸ ਫਲੋਰ ਤੇ, ਜਿਸ ਪਾਰਟ ਵਿੱਚ ਹੈ, ਉੱਥੇ ਹੀ ਸਟਕ ਹੈ ਬਸ, ਥੱਲੇ ਉੱਤੇ ਨਹੀਂ ਕੁਛ ਵੀ। ਤੇ ਉਹ ਜਨਮਾਂ ਜਨਮਾਂਤਰਾਂ ਤੱਕ, ਪੁਸ਼ਤਾਂ ਦੀਆਂ ਪੁਸ਼ਤਾਂ ਤੱਕ ਚੱਲਦਾ ਆ।
ਤੇ ਜੋ ਉਸ ਤੋਂ ਬਾਹਰ ਆਉਣਾ ਵੀ ਚਾਹੁੰਦਾ, ਦੀਵਾਰਾਂ ਇਤਨੀਆਂ ਤਗੜੀਆਂ ਨੇ, ਉਹਨਾਂ ਨੂੰ ਤੋੜਿਆ ਨਹੀਂ ਜਾ ਸਕਦਾ। ਉਹਨੇ ਫਿਰ ਸਕਾਲਰ ਨੇ ਉਹਨੂੰ ਜਵਾਬ ਦਿੱਤਾ, ਉਹ ਕਹਿੰਦਾ ਆਈ ਕੈਨ ਨੋਟ ਬਾਈ ਇਟ, it's not actually it's not believable at all. If you're telling me that this is happening, suppose if someone is saying you are untouchable, you are actually you can say very lower compared to me or compared to others, you're less human comparatively my level. So someone is saying me, someone is pretending toward me. How about if I don't believe in it, if I don't accept it? ਉਹ ਤੇ ਉਹ ਮੈਨੂੰ ਕਹਿ ਰਿਹਾ ਨਾ, ਮੈਂ ਤਾਂ ਐਕਸੈਪਟ ਹੀ ਨਹੀਂ ਕਰਦਾ। ਉਹ ਕਹਿੰਦੇ ਨਹੀਂ ਨਹੀਂ, ਇਹਨੂੰ ਹੋਰ ਸਹੀ ਤਰੀਕੇ ਨਾਲ ਸਮਝ। ਇਹ ਜਿਹੜੀਆਂ ਦੀਵਾਰਾਂ ਨੇ, ਇਹ ਪੱਥਰ ਦੀਆਂ ਜਾਂ ਕੰਕਰੀਟ ਦੀਆਂ ਜਾਂ ਕਿਸੇ ਖਾਸ ਧਾਤ ਦੀਆਂ ਨਹੀਂ ਬਣੀਆਂ। ਇਹ ਬਣਾਈਆਂ ਗਈਆਂ ਨੇ ਵੱਡੀਆਂ ਵੱਡੀਆਂ ਟ੍ਰੈਡੀਸ਼ਨਸ ਦੀਆਂ। ਐਂਡ ਸੈਕਿੰਡ, ਉਹਨਾਂ ਟ੍ਰੈਡੀਸ਼ਨਸ ਨੂੰ ਜਿਹੜਾ ਲੇਪ ਲਾਇਆ ਕਿ ਬੜਾ ਸੈਕਰੇਟ ਆ, ਧਾਰਮਿਕਤਾ ਦੇ ਨਾਲ। ਧਰਮ ਦੇ ਖੇਤਰ ਦੇ ਵਿੱਚ ਧਾਰਮਿਕ ਤੌਰ 'ਤੇ ਲੋਕਾਂ ਨੂੰ ਇਸ ਤਰੀਕੇ ਨਾਲ ਕਿਹਾ ਗਿਆ, ਤੇਰਾ ਧਰਮ ਹੀ ਇਹ ਹੈ। ਇੱਥੇ ਜਾ ਕੇ ਫਿਰ ਬੰਦੇ ਲਈ ਬਹੁਤ ਹਾਰਡ ਆ, ਬੰਦਾ ਉਸ ਵਾਲ ਨੂੰ ਤੋੜ ਨਹੀਂ ਪਾਉਂਦਾ। ਸੋ ਇਹ ਜ਼ਾਤ ਇਸ ਕਿਸਮ ਦੇ ਨਾਲ ਸਟੈਬਲਿਸ਼ ਕੀਤੀ ਗਈ। ਇਹ ਹੈ ਕਾਸਟ ਸਿਸਟਮ। ਇਹਦੇ ਮੁਕਾਬਲਤਨ ਜੇ ਅਸੀਂ ਦੇਖੀਏ ਤਾਂ ਵੈਸਟਰਨ ਵਰਲਡ ਦੇ ਵਿੱਚ ਵੀ ਤੁਹਾਨੂੰ ਰਾਇਲ, ਨੋਬਲ, ਆਰਡੀਨਰੀ ਇਹੋ ਜਿਹੇ ਲੋਕ ਕ੍ਰਾਈਟੀਰੀਆ ਮਿਲ ਜਾਏਗਾ ਉਸ ਤਰੀਕੇ ਦੇ ਨਾਲ। ਉੱਥੇ ਹਾਂ ਉਹਨਾਂ ਕਲਾਸਿਸ ਨੇ ਵੀ ਸਫਰਿੰਗ ਉਹਨਾਂ ਦੀ ਹੋਈ, ਪਰ ਵਕਤ ਪਾ ਕੇ ਉਹਨਾਂ ਦੇ ਵਿੱਚ ਇਤਨੀ ਜਿਹੜੀ ਰਿਜਿਡਨੈਸ ਤੇ ਇਤਨੀ ਜਿਹੜੀ ਹੈਗੀ ਹੈ ਡੀਪ ਲੈਵਲ 'ਤੇ, ਸੋਲਿਡ ਲੈਵਲ 'ਤੇ ਜਿਹੜਾ ਕ੍ਰਾਸ ਕਰਨਾ ਆ ਫਲੋਰ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ, ਇਹ ਹਾਰਡ ਨਹੀਂ ਸੀਗਾ। ਉੱਥੇ ਕਾਸਟਿਜ਼ਮ ਦੇ ਵਿੱਚ ਅੱਜ ਵੀ ਹੈ। ਮੈਂ ਤੇ ਬੀਤੇ ਸਮੇਂ ਦੇ ਵਿੱਚ ਹਾਥਰਸ ਦੀ ਬਾਤ ਕਰਦਿਆਂ ਹੋਇਆਂ ਜਦੋਂ ਬਾਤ ਕੀਤੀ ਸੀਗੀ ਕਿ BBC ਦੀ ਰਿਪੋਰਟਿੰਗ ਦੇ ਮੁਤਾਬਕ ਜਾਂ ਲੋਕਡਾਊਨ ਦੇ ਅੰਡਰ ਇੱਕ BBC ਨੇ ਸਟੋਰੀ ਕਵਰ ਕੀਤੀ ਸੀ, ਵਰਲਡ ਵਾਈਡ ਸਟੋਰੀ ਜਿਹੜੀ ਹੈ, ਇਵਾਂਕਾ ਟਰੰਪ ਜਿਹੜੀ ਸੀਗੀ ਉਹਨੇ ਇੱਕ ਰੀਟਵੀਟ ਕਰਤਾ ਸੀਗਾ ਇੰਡੀਆ ਤੋਂ ਚੱਕ ਕੇ ਕਿ ਇੱਕ ਬੱਚੀ ਹੈ ਅਤੇ ਉਹ ਲੜਕੀ ਆਪਣੇ ਪਿਤਾ ਨੂੰ ਸਾਈਕਲ 'ਤੇ ਦਿੱਲੀ ਤੋਂ ਆਪਣੇ ਬਿਹਾਰ ਪਿੰਡ ਲੈ ਕੇ ਆਈ ਅਤੇ ਉੱਥੇ BBC ਚਲੀ ਗਈ। ਵੈਸਟਰਨ ਵਰਲਡ ਦੀ ਗੱਲ ਇਹ ਹੁੰਦੀ ਹੈ ਕਿ ਇਹ ਬੜੇ ਕ੍ਰਿਟੀਕਲ ਵੇ ਦੇ ਨਾਲ ਅਤੇ ਬੜਾ ਉਸ ਤਰੀਕੇ ਨਾਲ ਜਿਹੜੀ ਹੈ ਇਹਨਾਂ ਦੀ ਜਰਨਲਿਜ਼ਮ ਹੁੰਦਾ ਆ। ਉਹ ਜਦੋਂ ਲੋਕਾਂ ਨਾਲ ਗੱਲਾਂ ਬਾਤਾਂ ਕੀਤੀਆਂ ਸਾਰੀਆਂ, ਅਤੇ ਉੱਥੇ ਫਿਰ ਇੱਕ ਚੀਜ਼ ਦੱਸੀ ਕਿ ਉਹ ਕਹਿੰਦੇ ਕਿ ਬਹੁਤ ਜ਼ਿਆਦਾ ਜਿਹਨੂੰ ਕਿਹਾ ਜਾਏ ਮਹਾਦਲਿਤ, ਬੜੇ ਮਤਲਬ ਜਿਹੜਾ ਹੈਗਾ ਬਹੁਤ ਅਨਟੱਚੇਬਲ ਪਰਿਵਾਰਾਂ, ਫੈਮਲੀਜ਼ ਵਿੱਚੋਂ ਇਹ ਲੋਕ ਆਉਂਦੇ ਨੇ। ਜਦੋਂ ਗੱਲਬਾਤ ਹੋ ਰਹੀ ਸੀ, ਨਾਲ ਦੇ ਪਿੰਡ ਦੀ ਕਹਾਣੀ ਬਿਆਨ ਕੀਤੀ ਕਿ ਇੱਥੇ ਇੱਕ ਦਲਿਤ ਬੱਚੀ ਦੇ ਨਾਲ ਕਿਸ ਕਿਸਮ ਦੇ ਹਾਲਾਤ ਬਣੇ ਸੀਗੇ। ਉਹਨੇ ਕਿਸੇ ਉੱਚੀ ਜਾਤ ਵਾਲੇ ਦੇ ਖੇਤਾਂ ਦੇ ਵਿੱਚੋਂ ਅੰਬ ਤੋੜ ਲਏ ਸੀਗੇ ਅਤੇ ਉਹਦੇ ਕਰਕੇ ਸਾਰੀ ਬਾਤ। ਅਤੇ ਫਿਰ ਅਖੀਰ ਗੱਲ ਉਹ ਇੱਥੇ ਨਿਬੇੜਦਾ, ਕਹਿੰਦੇ ਵੀ ਇਹ ਬਿਹਾਰ ਹੈ ਬਾਬੂ, ਯਹਾਂ ਜਾਤ ਹੀ ਆਦਮੀ ਕੀ ਪਹਿਚਾਨ ਹੈ। ਉਹਦਾ ਮਕਾਨ, ਉਹਦਾ ਪਹਿਰਾਵਾ, ਉਹਦਾ ਰੁਤਬਾ, ਰਹਿਣ ਸਹਿਣ, ਸਭ ਕੁਝ ਇਹਦੇ ਵਿੱਚੋਂ ਨਿਕਲਦਾ। 21ਵੀਂ ਸਦੀ ਦੇ ਦੂਸਰੇ ਦਹਾਕੇ ਦੀ ਸਮਾਪਤੀ ਦੇ ਉੱਤੇ ਅਸੀਂ ਇਹ ਗੱਲ ਕਰ ਰਹੇ ਹਾਂ। ਇਹ ਅੱਜ ਵੀ ਰਿਐਲਿਟੀ ਹੈ। ਕਦੀ ਉਸ ਸਮੇਂ 'ਚ ਦੇਖੋ ਜਦੋਂ 13ਵੀਂ, 14ਵੀਂ, 15ਵੀਂ ਸਦੀ ਹੋਏਗੀ, ਕੀ ਹਾਲਾਤ ਹੋਣਗੇ। ਇੱਕ ਰੰਗ ਐਗਜ਼ਾਮਪਲ ਹੋਰ ਕਰ ਦੇਣਾ, ਇਹ ਬਚਨ ਸਿਰਫ ਪੰਕਤੀਆਂ ਨਹੀਂ ਹੈਗੀਆਂ, ਲਫ਼ਜ਼ ਨਹੀਂ ਹੈਗੇ। ਇਹਨਾਂ ਨੂੰ ਵਿਜ਼ਨ ਕੀਤਾ ਜਾਏ ਤੇ ਖਾਸ ਕਰਕੇ ਉਹਨਾਂ ਸਮਾਜਾਂ ਦੇ ਵਿੱਚ ਜਿਨ੍ਹਾਂ ਸਮਾਜਾਂ ਦੇ ਵਿੱਚ ਪੁਸ਼ਤ ਦਰ ਪੁਸ਼ਤ ਉਹਨਾਂ ਨੂੰ ਓਪਰੈਸ ਕੀਤਾ ਗਿਆ ਹੈ, ਉਹਨਾਂ ਨੂੰ ਲਗਾਤਾਰ ਜਿਹੜਾ ਹੈਗਾ ਉਸ ਓਪਰੈਸ਼ਨ ਵਿੱਚੋਂ ਤੇ ਉਸ ਜਿਹੜੀ ਇਹ ਸਾਰੇ ਦੀ ਸਾਰੀ ਐਕਸਪਲੋਟੇਸ਼ਨ ਵਿੱਚੋਂ ਕੱਢਿਆ। ਇਹਦੇ ਉੱਤੇ ਤੁਸੀਂ ਹੋਰ ਦੇਖੋ, ਇੱਕ ਮੈਗਜ਼ੀਨ ਨਿਕਲਦਾ ਸੀਗਾ, ਹੁਣ ਤੇ ਮੈਨੂੰ ਪਤਾ ਨਹੀਂ, ਸਮਾਂ ਹੋ ਗਿਆ ਮੈਂ ਨਹੀਂ ਪੜ੍ਹਿਆ, ਹਾਸ਼ੀਆ। ਉਹ 'ਚ ਇੱਕ ਸੱਜਣ ਨੇ ਬੜੀ ਕਮਾਲ ਦੀ ਟਿੱਪਣੀ ਕੀਤੀ ਸੀਗੀ। ਉਹਨਾਂ ਦਿਨਾਂ 'ਚ ਰੈਜੂਰੇਸ਼ਨ ਦੀ ਗੱਲ ਹੋ ਰਹੀ ਸੀ, ਉਹ ਸਭ ਚੀਜ਼ਾਂ ਦੇ ਉੱਤੇ ਬੜੀ ਡਿਬੇਟ ਚੱਲ ਰਹੀ ਸੀਗੀ, ਬੰਦ ਕਰਨਾ ਨਹੀਂ ਕਰਨਾ।
ਉਹ 'ਚ ਉਹਨੇ ਗੱਲ ਕਹੀ, ਕਹਿਣ ਲੱਗਾ ਕਿ ਨੋ ਡਾਊਟ ਗਰੀਬੀ ਗੁਰਬਤ ਜਿਹੜੀ ਮਨੁੱਖਤਾ ਵਾਸਤੇ ਤੰਗੀ ਤੁਰਸੀ ਹੈ, ਜਿਹਨੂੰ ਕਹਿ ਲਓ ਕਿ when people live under poverty, under actually lack of resources, that is very painful, that is totally suffering. ਉਹ ਕਹਿੰਦਾ ਬਿਲਕੁਲ ਠੀਕ ਹੈ, ਪਰ ਕਹਿੰਦਾ ਕਿ ਜਿਹੜੀ ਗਰੀਬੀ ਦੀ ਮਾਰ ਆ ਇਹ ਬੰਦੇ ਦੇ ਤਨ ਤੇ ਪੈਂਦੀ ਹੈ, ਇਹਦੀ ਛਮਕ, ਇਹਦੀ ਚੋਟ ਜਿਹੜੀ ਹੈ ਇਹ ਤਨ ਤੇ ਪੈਂਦੀ ਹੈ, ਪਰ ਜਿਹੜੀ ਨੀਵੀਂ ਜ਼ਾਤ ਦੀ ਮਾਰ ਆ ਇਹ ਬੰਦੇ ਦੀ ਰੂਹ ਤੇ ਪੈਂਦੀ ਹੈ। ਬੰਦੇ ਨੂੰ ਸਮਾਜ ਵਿੱਚ ਖਾਣ ਨੂੰ ਨਹੀਂ ਮਿਲ ਰਿਹਾ, ਪਾਣ ਨੂੰ ਨਹੀਂ ਮਿਲ ਰਿਹਾ, ਇਹ ਤੇ ਚਲੋ ਡਿਫਰੈਂਟ ਚੀਜ਼ ਆ। ਬੰਦੇ ਨੂੰ ਖਾਣ ਪਾਣ ਤੋਂ ਵੱਧ ਕੇ ਬੰਦੇ ਨੂੰ ਸਮਾਜ ਵਿੱਚ ਉਹਦੀ ਹੋਂਦ ਲਈ ਉਹਦੀ ਜਗ੍ਹਾ ਵੀ ਨਹੀਂ ਮਿਲ ਰਹੀ। ਹੁਣ ਇਸ ਲੈਵਲ ਤੇ ਮੈਂ ਉਸ ਡਿਟੇਲ 'ਚ ਨਹੀਂ ਜਾਂਦਾ, ਬਟ ਟੂਕ ਮਾਤਰ ਜੇ ਬਿਆਨ ਕਰਾਂ, ਬੰਦੇ ਨੂੰ ਆਪਣੇ ਗਲ ਵਿੱਚ ਘੰਟੀ ਬੰਨਣੀ ਪਏਗੀ। ਰਾਈਜ਼ਿੰਗ ਆਫ ਸ਼ੂਦਰਾ ਇੱਕ ਬੜਾ ਕਮਾਲ ਦਾ ਡਾਕੂਮੈਂਟ ਬਣਾਇਆ ਸੀ, ਹਾਲਾਂਕਿ ਲੈਸ ਦੈਨ ਵੀ ਕੈਨ ਸੇ ਇਟ ਵਾਜ਼ ਜਸਟ ਇਟ ਟਿਪਸ ਆਫ ਆਈਸਬਰਗ, ਇਟ ਵਾਜ਼ਨਟ explaining everything properly, no, it was just showing us little trailer of that era, that history, that time, and still it's happening in a big area of actually that land. So ਇਹ ਚੀਜ਼ਾਂ ਜਿਹੜੀਆਂ ਦੇਖੀਆਂ ਜਾਣ ਤਾਂ ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਬੰਦੇ ਨੂੰ ਉਹਦੀ ਬੇਪਤੀ, ਉਹਦੀ ਪਤੀ ਕੋਈ ਨਹੀਂ, ਉਹਦੀ ਇੱਜ਼ਤ ਮਾਣ ਰੁਤਬਾ ਕੀ ਹੋਏਗਾ, ਖਾਣ ਪਾਣ ਰਹਿਣ ਸਹਿਣ ਇਹ ਤੇ ਸਭ ਖੋਹ ਲਿਆ, ਉਹਨੂੰ ਮਨੁੱਖ ਤੋਂ ਵੀ ਨੀਵਾਂ ਦਰਜਾ ਕਰ ਲਿਆ। ਜਦੋਂ ਮਨੁੱਖ ਤੋਂ ਵੀ ਨੀਵੇਂ ਦਰਜੇ ਦੀ ਬਾਤ ਕੀਤੀ ਜਾ ਰਹੀ ਹੈ ਤੇ ਉਹਦੇ 'ਚ ਇਹ ਹੈ ਕਿ ਉਹਦੀ ਜ਼ਾਤ ਨੂੰ ਵੇਖ ਕੇ ਉਹਨੂੰ ਬਹਿਣ ਲਈ ਥਾਂ ਦਿੱਤੀ ਜਾਏਗੀ, ਭਾਂਡਾ ਦਿੱਤਾ ਜਾਏਗਾ, ਉਹਨੂੰ ਉਸੇ ਕਿਸਮ ਦੇ ਨਾਲ ਸਮਾਜ ਪਿੰਡ ਵਿੱਚ ਰਹਿਣ ਲਈ ਜਗ੍ਹਾ ਦਿੱਤੀ ਜਾਏਗੀ। ਇਹ ਸਭ ਚੀਜ਼ਾਂ ਤੁਸੀਂ ਸਾਖੀਆਂ ਸੁਣਦੇ ਹੋ, ਆਪਣੇ ਸਾਖੀ ਜ਼ਰੂਰ ਸੁਣੀ ਹੋਏਗੀ। ਗੁਰੂ ਨਾਨਕ ਸਾਹਿਬ ਕਰਤਾਰਪੁਰ ਵਸਾ ਰਹੇ ਨੇ, ਅਜੇ ਨਵਾਂ ਨਗਰ ਹੈ, ਅਜੇ ਵਸ ਰਿਹਾ ਹੈ, ਆਪਣਾ ਪਰਿਵਾਰ ਹੈ, ਗੁਰੂ ਸਾਹਿਬ ਦਾ ਕੁਝ ਹੋਰ ਪਰਿਵਾਰ ਨਾਲ ਸ਼ੁਰੂਆਤ ਹੋ ਰਹੀ ਹੈ, ਟਾਊਨਸ਼ਿਪ ਬਣ ਰਹੀ ਹੈ ਰਾਵੀ ਦੇ ਕੰਢੇ ਕਰਤਾਰਪੁਰ। ਉਸ ਕਰਤਾਰਪੁਰ ਦੇ ਵਿੱਚ ਜਦੋਂ ਇਸ ਕਿਸਮ ਦੀ ਸਾਰਾ ਵਸੇਬਾ ਹੋ ਰਿਹਾ ਹੈ ਤੇ ਸਾਖੀ ਇਹ ਕਹਿੰਦੀ ਹੈ, ਕਿਉਂਕਿ ਸਾਖੀਆਂ ਦੇ ਵਿੱਚ ਕੁਝ ਬਿੰਬ ਸਿਰਜੇ ਜਾਂਦੇ ਨੇ, ਜਿਨ੍ਹਾਂ ਬਿੰਬ ਨੂੰ ਅਸੀਂ ਇੰਟਰਪ੍ਰੀਟੇਸ਼ਨ ਦੇ ਜ਼ਰੀਏ, ਵਿਆਖਿਆਨ ਦੇ ਜ਼ਰੀਏ ਸਮਝਦੇ ਹਾਂ ਸਿੱਖਿਆਤਮਕ ਪੱਖ ਤੋਂ। ਉਹ 'ਚ ਹੁੰਦਾ ਇਹ ਹੈ ਕਿ ਧਰਮਸਾਲ ਦੇ ਵਿੱਚ ਚੂਈ ਮਰ ਜਾਂਦੀ ਹੈ, ਯੂ ਨੋ, ਗੁਰੂ ਸਾਹਿਬ ਫਾਊਂਡ ਏ ਡੈਡ ਰੈਟ ਇਨ ਦੈਟ ਟਾਈਮ ਇਨ ਦੇਅਰ ਧਰਮਸਾਲ, ਇਨ ਗੁਰਦੁਆਰਾ ਕਹਿ ਲਓ ਅੱਜ ਦੀ ਜ਼ਬਾਨ ਵਿੱਚ। ਤੇ ਗੁਰੂ ਬਾਬਾ ਜੀ ਨੇ ਦੇਖਿਆ ਤੇ ਜਿਵੇਂ ਆਮ ਹੁੰਦਾ, ਗੁਰੂ ਬਾਬਾ ਜੀ ਨੇ ਆਵਾਜ਼ ਦਿੱਤੀ, ਬੇਟਾ ਸ਼੍ਰੀ ਚੰਦ ਆ ਚੱਕੋ ਤੇ ਸੱਟੋ ਬਾਹਰ। ਹੁਣ ਦੇਖੋ ਸਮਾਜ ਦੇ ਵਿੱਚੋਂ, ਮੈਂ ਫਿਰ ਬੇਨਤੀ ਕਰਦਾ, ਬੱਚਾ ਸਿਰਫ ਤੁਹਾਡੀ ਇੱਕ ਹਾਊਸ ਹੋਲਡ, ਤੁਹਾਡੀ ਚਾਰ ਦੀਵਾਰੀ ਦਾ ਬਾਏ ਪ੍ਰੋਡਕਟ ਨਹੀਂ ਹੈਗਾ। ਅਸੀਂ ਕਈ ਵਾਰੀ ਇੱਥੇ ਗਲਤੀ ਖਾ ਜਾਂਦੇ ਹਾਂ, ਅਸੀਂ ਇਸ ਤੋਂ ਬੜੀ ਫਰਸਟ੍ਰੇਸ਼ਨ ਆਉਂਦੀ ਹੈ ਸਾਨੂੰ, ਹਾਊ ਕਮ ਸਾਡਾ ਬੱਚਾ ਐਵੇਂ ਕਿਉਂ ਸੋਚਦਾ, ਸਾਡਾ ਬੱਚਾ ਸਾਡੀ ਗੱਲ ਕਿਉਂ ਨਹੀਂ ਸੁਣਦਾ। ਭਾਈ ਬੱਚਾ ਤੁਹਾਡੇ ਹਾਊਸ ਹੋਲਡ ਤੋਂ ਕੀ ਲੈ ਰਿਹਾ, ਉਹਦਾ ਕਿੰਨਾ ਪਾਰਟ ਲੈ ਰਿਹਾ ਹੈ, ਇਸ ਚੀਜ਼ ਨੂੰ ਦੇਖੋ। ਵੱਡਾ ਹਿੱਸਾ ਬੱਚਾ ਸੁਸਾਇਟੀ ਐਟ ਹੋਲ, ਇੱਕ ਵੱਡੇ ਸਮਾਜ ਦੇ ਆਵਰਣ, ਸਮਾਜ ਦੇ ਮਾਹੌਲ ਵਿੱਚੋਂ ਲੈਂਦਾ। ਨਹੀਂ ਤੇ ਬਾਬਾ ਸ਼੍ਰੀ ਚੰਦ ਐਵੇਂ ਕਿਉਂ ਕਹਿੰਦੇ। ਜਦੋਂ ਕਈ ਬਾਤ ਤੇ ਉਹ ਗੁਰੂ ਸਾਹਿਬ ਨੂੰ ਕਹਿੰਦੇ, ਪਿਤਾ ਜੀ ਕੀ ਕਹਿ ਰਹੇ ਹੋ, ਮਰੀ ਚੂਈ ਮੈਂ ਚੱਕਾਂਗਾ, ਨਾ 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 ਨਾ, ਇਹ ਤੇ ਇੱਕ ਖਾਸ ਜਾਤ ਵਾਲੇ ਬੰਦਿਆਂ ਦਾ ਕੰਮ ਹੈ, ਉਹ ਚੱਕਣਗੇ, ਮੈਂ ਤੇ ਸਵਰਨ ਆ। ਹੁਣ ਆਹ ਜਿਹੜੀ ਚੀਜ਼ ਆ, ਅਸੀਂ ਬਚਨ ਪੜ੍ਹਦੇ ਗੁਰੂ ਅਰਜਨ ਸਾਹਿਬ ਦੇ, ਰਵਿਦਾਸ ਟੋਹੰਦਾ ਢੋਰ ਨੀਤ, ਮੋਏ ਡੰਗਰਾਂ ਨੂੰ ਚੁੱਕਦਾ, ਮਗਰ ਉਹਦੇ ਇਸ ਕਿਰਤ ਦੇ ਬਾਵਜੂਦ ਵੀ ਜਿਹੜਾ ਉਹਦਾ ਉਪਦੇਸ਼, ਬਾਣੀ, ਬਚਨ ਆ,
गुरु बाबा जी कहिंदे वो कितने पाक ते कितने उमदा ने। बाकी गल रही किरत, इन्हां समाजां 'च असीं देखदे हां किहड़ी किरत माड़ी है, किहड़ा कारज छोटा आ। समाज नूं चलाउण वास्ते जिंदे कोल जिन्नी एबिलिटी है, जिन्ना एक्सपोजर आ, जिन्नी उहदे कोल आले दुआले दे रिसोर्सिस ने, उहदे मुताबिक वो कंट्रीब्यूट कर रहा है, दैट्स इनफ। गल ते है ਜਿਹੜੇ लोग कंट्रीब्यूट नहीं करते, बिल्कुल नहीं करते, समाज ते बोझ बनते हैं, समाज ते भार बनते हैं। जिवें सो काल्ड साधु धार्मिक लोग अखवाण वाले आश्रम बना ले, डेरे बना ले, उत्थे बस कुछ नहीं, जस्ट अपने तौर पर जोड़ा लोगों तो पूजा अर्चना करा रहे हैं। ये नहीं, सिक्खी च एक्सैप्ट ना होया। खैर, जी विनती कर रहा सीगा, मोए डंगरां नूं मैं नहीं चकांगा। ते अजे गल चूही दी है, अज तो एक चूहा मरिया आ, कल नूं की होएगा? कल नूं कोई पशु मरेगा, कल नूं कोई होर, फिर उस जात के लोगों की लोड़ पेगी, उन्होंने बकायदा तौर पर लिया पेगा, वसाना पेगा, तो उन्होंने उही रुतबे च रखना पेगा, पर उन्हें दसना पेगा तुसीं नीवें हो, तुहाडा काम ही ये है, तुहाडा काम सिर्फ इन्ना ही है। गुरु बाबा जी ने इस कैटेगराइज करने वाली चीज़ को तोड़िया, ऐसा तोड़िया कि अज बाणी दे विच असीं भगत रविदास जी, भगत सैन जी, भगत सदना जी, भगत कबीर जी, इहो जिहियां, भगत नामदेव जी, इहो जिहियां रूहां नूं पढ़दे हां, सल्यूट करदे हां, मत्था टेकदे हां, उन्हां दे बचनां नूं गुर हुकम उस समाज खिते दे विच जिहदे च इतनी ज़्यादा इस किस्म की जिहड़ी पकड़ सी, गुरु साहब ने तोड़ी। तो फिर ये क्या, बंदे दी जात, जात का मतलब होंदा जातना, आइडेंटिफिकेशन होती, उहदी पहचान उहदे कर्म ने, उहदा अमल अमाल है धरती दे उत्ते। जिवें एक होर साखी रूप में बात करके फिर बचन ते आ जाना। साहिब गुरु अर्जन साहब ने जदों ਅੰਮ੍ਰਿਤਸਰ शहर ਦੇ ਵਿੱਚ ਜਿਹੜਾ ਕਿ ਚੱਕ ਗੁਰੂ ਰਾਮਦਾਸ ਦੇ ਰੂਪ ਵਿੱਚ ਉਦੋਂ ਪ੍ਰਸਿੱਧ ਸੀਗਾ, ਉਹਦੇ ਜਿਹੜਾ ਉਹ ਤਲਾਅ ਸੀਗਾ ਸਰ ਅੰਮ੍ਰਿਤਸਰ ਸਰੋਵਰ, ਉਹਦੇ ਦਰਮਿਆਨ ਵਿੱਚ ਇੱਕ ਬੜੀ ਉਮਦਾ ਇਮਾਰਤ ਉਸਾਰੀ, ਜਿਹਨੂੰ ਅਸੀਂ ਦਰਬਾਰ ਸਾਹਿਬ ਦੇ ਰੂਪ ਵਿੱਚ ਯਾਦ ਕਰਦੇ ਹਾਂ ਜਾਂ ਜਿਹਨੂੰ ਅਸੀਂ ਅੱਜ ਯੂਜ਼ ਕਰਦੇ ਹਾਂ। उस पावन दरबार की उसारी हुई एक कमाल की चीज़ सी। भारती खिते की मेरे ख्याल च दुनिया के शायद उस जमाने के पानी के एक इहो जिहा महल उसरना है तो बिल्कुल यूनीक बात होएगी। हुण इहदा बड़ा चर्चा है चार चपेरे, जिहड़ा ये परगना पैंदा आ खास करके पट्टी के इलाके का, ये 4 पिंडां की जमीन लैके इत्थे गुरु साहब ने नगर वसाया सीगा। उत्थे ब्राह्मण जमात रहिंदी है, पुरोहित, तो उन्हें ट्रेडिशनली तौर पर जिवें लर्न किया कि इस इलाके की सारी जी सेप आ, जिहड़ा इस इलाके दे विच पूजा अर्चना कोई कार्यशीलता होएगी धार्मिक तौर पर, उहदे लई असीं जिम्मेवार होवांगे, साडे कोल ही वो जॉब आएगी, साडा काम है इत्थे, साडी मनोपली है इत्थे। हालांकि गुरु नानक साहब तो लैके सारे बारे साडी ते पुरोहित नाल कोई सांझ ही ना रही, पर फिर भी बंदे दा मन बनाउण दा की है, मन तो कोई भी बना लैंदा। उन्होंने क्या एडा उमदा एक बिल्डिंग उसर रही है, यदि डेफिनेटली इनोग्रेशन होएगी, एक दिन कंप्लीट होएगी, उस तो बाद ये कपाट खुलणगे तो सदा पत्र भेजा जाएगा, सानू भी बुलाया जाएगा, असी भी जावांगे, सानू खास करके जात मुताबिक सानू पहल मिलेगी, असी ब्राह्मण मिणसणगे, पहला सानू बिठाउणगे कतारां दे विच, खवाउणगे, सब चीज़ां होणगीਆਂ, उस तो बाद दूजियां दा नंबर आएगा। वो सब चीज़ां हो रही ने। वक्त आया गुरु अर्जन साहब ने उस पावन इमारत को गुरु शब्द ते संगत को समर्पित किया। असीं पढ़ते हैं, एक पासे दरबार साहब उसरिया, दूजे पासे पोथी परमेश्वर का थान आदि ग्रंथ की स्थापति हुई। जिल्तबद्ध किए गए बाबा बुढ़ा जी, जिन्होंने जिम्मेवारी दी गई ग्रंथ की ताबेदारी, ग्रंथ के जोड़ा है वो स्थापति वास्ते, उन्होंने
पढ़न वास्ते, उन्होंने संभालण वास्ते ग्रंथी के तौर पर वो सारा इतिहास का चैप्टर असी वेखते हाँ, ये चीज़ वापरी हो गई। उन्होंने तक मैसेज पहुँचा कि गुरु अर्जन साहब ने तो इनोग्रेशन कर दी, कपाट खुल गए, संगत आईयां बड़ी बड़ी दूरों, बड़े बड़े इकट्ठ होए, बड़ा उत्थे उर्स उसरिया, सब चीज़ां होईयां, बड़ा मलाल आया। मलाल इन्ना का आया कि अंदर संभाल ना सके तो उबल गया अंदरों, तो लैके गुरु अर्जन साहब के कोल ही आ गए। आके कहन लगे गुरु अर्जन साहब नूं कि बड़े तुसी, तुहाडी स्तुति बड़ी सुनी है, तारीफ बड़ी सुनी है, तुसी बड़े देव बिरती दे मालक हो, मगर साडी शिकायत है तुहानूं। गुरु अर्जन साहब कहंदे भई तुसी आए हो जो सदके, शिकायत भाई की शिकायत है, जरूर दूर करांगे, दसो की गल है, की सेवा कर सकते हैं तुहाडी। कहन लगे जी गल ये है, तुसी इत्थे एडा वड्डा महल उसारिया, दरबार, उहदे वास्ते बड़ियां दूरों दूरों संगतां आईयां, बड़ा कुछ इत्थे बड़े महायज्ञ चले, बड़े इत्थे वड्डे लैवल ते जिन्होंने कह रहे भंडारे खुले, लंगर प्रशादे जिन्होंने असीं कहने, सब चीज़ां चलियां, सानूं तुसीं याद भी नहीं कीता। महाराज कहंदे उह ते सब लई खुला सद्दा सीगा, तुहानूं किहने रोकिया आउण वास्ते, तुसीं आउंदे हो? कहंदे नहीं जी इस तरह नहीं, सानूं तुसीं ब्राह्मण मिणसण दे तौर ते, पुरोहित दे तौर ते नहीं बुलाया, ये नहीं ठीक होया। कोई पुरोहित दे तौर ते बुलाउंदे, कुछ दान दखना होंदी, कुछ सानू स्पैसीफिकली स्टेटस दिता जाता, सब चीज़ां। गुरु अर्जन साहब कहिंदे अच्छा ये गल कह रहे हो तुसी, भाई गल ये है कि तुहाडा इतराज़ गलत है, असी पुरोहित मिणसे सी, हुण उन्होंने सत्ती कपड़ी अग लगी, हद हो गई, इलाका साडा है, सेप साडी है, साडे इलाके च बाहरों पुरोहित कित्थों आ गए? उन्हां चों कुछ शख्स कहंदे गुरु साहब सानू पहले ही पता सीगा, तुसीं बहुत सियाणे हो, तुसीं ते दैव बिरती दैव लोक हो, एवें थोड़ा करोगे, ये असल च गड़बड़ हुई है। पुरोहित किहड़े सीगे उन्हां बारे दसो, क्योंकि साडा हक बनदा सीगा पुरोहित दे तौर ते आउण दा, कौन होर आ गया इत्थे? गुरु साहब देखदे ने सामने तो भाई बन्नो जी सिर दे उत्ते रूड़ी दी जिहड़ा मनूर हुंदा आ उहदी टोकरी चुक के लंघ रहे ने, शरीर भी लिबड़िया है। ਇਹਦੇ ਮੁਕਾਬਲਤਨ ਕੰਪੈਰੀਟਿਵਲੀ ਜਿਹੜੇ ਉਹ ਪੁਰੋਹਿਤ ਨੇ ਉਹਨਾਂ ਨੇ ਬੜੇ ਵਧੀਆ ਕੱਪੜੇ ਪਾਏ ਨੇ, ਚੰਦਨ ਦੇ ਕੇਸਰ ਦੇ ਟਿੱਕੇ ਲਗਾਏ ਨੇ, ਖੁਸ਼ਬੂਆਂ ਇਤਰ ਫਲੇਰਾਂ ਆ ਰਹੀਆਂ ਨੇ, ਸਰੀਰ ਤੇ ਕੋਈ ਤੇ ਸੋਹਲ ਬਿਲਕੁਲ ਸਰੀਰ ਉਸ ਰੂਪ ਵਿੱਚ। ਉਹ ਕਾਮਾ ਬੰਦਾ ਆ, ਉਹ ਕੰਮ ਕਰਨ ਵਾਲਾ ਆ, ਉਹਦੇ ਸਰੀਰ ਦੇ ਵਿੱਚ ਮਸਲਸ ਬਣੇ ਨੇ, ਪਸੀਨਾ ਆ ਰਿਹਾ ਆ, शरीर नूं भी सारी जिहड़ी है वो रूड़ी लगी है, सिर ते भी उन्हें मनूर चुक्या इस रूप दे विच। जिहड़ी आप स्ट्रगल देख रहे हो ना अज दी तारीख दे विच पंजाब दे अंदर या इंडिया दे विच सारी, एक्चुअली ये स्ट्रगल यही है, जिहड़ा एलीट आ, तुसीं देखो स्टूडियोज़ दे विच बैठे हुए मेन स्ट्रीम दे टीवी चैनल जिहड़े ने सारे दे सारे, किवें उन्हां करसानां नूं, उन्हां मेहनतकश लोकां नूं, अनपढ़ उन्हां नूं जो जो जिस किस्म के एग्जैक्टिव दे सकते हैं दे रहे ने। पर मैं विनती करांगा, ये ड्यूटी साडे सारियां दी है, उस खिते दे सब वसनीकां दी। मोस्टली तो ये अपनी जिहड़ी क्रैडिबिलिटी हैगी वो लूज कर गए ने, लोगों को पता लग गया, पर होर सानू इहदे बारे सोशल मीडिया होर आपसी गलबात दसना चाहिए आ। जो ये कह रहे हैं गल तो उल्ट है, बस ये समझ के चलो, क्योंकि ये सारे का सारा एक पेड़ मुहाज आ जिहड़ा उन्हां गरीब, उन्हां माड़े, उन्हां मेहनतकश लोगों के खिलाफ एक आम रियाया च ओपीनियन बनाने की ट्राई करता है। ये ओपीनियन मेकर ने बट इन रोंग वे। खैर जिहड़ी विनती करन लगा सीगा, एलीट नूं इह लगदा कि मेरी मलकीयत है, मैं ही हाँ, पर यह संसार मेहनत कशां तो बिलोंग करता है, जिन्हां ने समाज नूं बनाउणा, उसारना, साजना है असल दे विच। खैर गुरु अर्जन साहब जदों उन्हें ये बात कही भी सानू दसो उहदा एड्रैस, वो पुरोहित जिहड़े आए ने असीं पुछांगे, साहब कहंदे दसना कि मिला देने, कहंदे तो होर भी चंगा। सामने तो भाई बन्नों आ रहे ने,
साढ़े तवारीखी ग्रंथां च बोल ने साहब जिक्र करते कि हमरा पुरोहित भाई बनो साध संगत ये सच कर मनो। साढ़े पुरोहित साढ़े ब्राह्मण भाई बनो जी ने, असी ब्राह्मण बदल लेना है। साडा स्वर्ण भगत कबीर है, भगत रविदास है। साडा स्वर्ण भगत सदना ते भगत सैन है। साढ़े स्वर्ण ये ने। साडा स्वर्ण अकाली फूला सिंह है। साडा स्वर्ण भाई निबाहू सिंह है। साडा स्वर्ण भाई जैता जीवन सिंह आ, रंगरेटा गुरु का बेटा। साडा आ इत्थे जाके ते जिसने सही भजन किया ज्ञान लैके जीवन का, ते असल रूप दे विच इस कूड़ मुहाज तो जीवन जाच का त्याग कर दिता। जिहड़ी वकारां दी जिहड़ी अलामतां दी भरी हुई सी, ਉਹਦੀ ਜੱਤ ਪੱਤ ਉਹਦੀ ਸੋਭਾ ਗੁਰੂ ਸਾਹਿਬ ਨੇ ਕਿਹਾ ਹਾਇਰ ਲੈਵਲ ਤੇ ਆ ਗਈ। ਇਹ ਬਚਨ ਇੱਥੋਂ ਸ਼ੁਰੂ ਹੋ ਰਿਹਾ ਹੈ। ਹਰ ਭਗਤਾਂ ਕੀ ਜਾਤ ਪੱਤ ਹੈ। ਹਰੀ ਭਗਤਾਂ ਦੀ ਜ਼ਾਤ ਆ ਜਿਨ੍ਹਾਂ ਨੇ ਆਪਣੀ ਆਈਡੈਂਟੀਟੀ ਰੱਬ ਤੇ ਰੱਬ ਦੇ ਗੁਣਾਂ ਨਾਲ ਜੋੜ ਲਈ। ਉਹਨਾਂ ਦੀ ਪੱਤ ਲੱਜ ਨਾ ਪਾਲੀ ਜਾਏ, ਐਸਾ ਹੋ ਨਹੀਂ ਸਕਦਾ। ਭਗਤ ਹਰ ਕੈ ਨਾਮ ਸਮਾਣੇ ਰਾਮ, ਤੇ ਇਹੋ ਜਿਹੇ ਭਗਤ ਹਰੀ ਦੇ ਨਾਮ ਵਿੱਚ ਸਮਾ ਜਾਂਦੇ ਨੇ। ਜਿਹਦੇ ਜ਼ਿਕਰ ਕਰਨਾ ਅਸੀਂ ਭਗਤ ਨਾਮਦੇਵ ਜੀ ਕਹਿੰਦੇ ਪੰਡਿਆ ਮੋਕੋ ਡੇਢ ਕਹਿਤ ਹੈ। ਇਹ ਪੰਡਤ ਮੈਨੂੰ ਮੂਰਖ ਕਹਿੰਦਾ ਹੈ ਅਦਨਾ ਇਹਨੂੰ ਮਤ ਨਹੀਂ ਹੈ। ਜੋ ਅਸੀਂ ਗੁਰੂ ਅਰਜਨ ਸਾਹਿਬ ਦੇ ਸ਼ਬਦ ਪੜ੍ਹਦੇ ਹਾਂ, ਗੋਬਿੰਦ 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 ਸਿਓ ਨਾਮ ਦਿਓ ਮਨ ਲੀਨਾ, ਆਠ ਦਾਮ ਕੋ ਛੀਪਰੋ ਹੋਇਓ ਲਾਖੀਨਾ। ਜਦੋਂ ਗੋਬਿੰਦ ਨਾਲ ਉਸ ਨਾਮਦੇਵ ਦਾ ਮਨ ਲੱਗ ਗਿਆ ਨਾ, ਗੋਬਿੰਦ 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 ਸਿਓ ਨਾਮ ਦਿਓ ਮਨ ਲੀਨਾ, ਆਠ ਦਾਮ ਕੋ ਛੀਪਰੋ। ਜਿਹੜੇ ਕਹਿੰਦੇ ਸਨ ਅੱਧੀ ਕੌਡੀ ਦਾ ਛੀਂਬਾ ਆ, ਇਹਨੂੰ ਕੀ ਅਕਲ ਆ, ਹੋਇਓ ਲਾਖੀਨਾ। ਉਹਦੀ ਕੀਮਤ ਨਹੀਂ ਪਾਈ ਜਾ ਸਕਦੀ, ਉਹਨੂੰ ਅਵੈਲੂਏਟ ਨਹੀਂ ਕੀਤਾ ਜਾ ਸਕਦਾ। ਜਿਹਨੂੰ ਅਸੀਂ ਗੁਰਬਾਣੀ 'ਚ ਪੜ੍ਹਦੇ ਹਾਂ, ਮੰਨੇ ਕੀ ਗਤ ਕਹੀ ਨਾ ਜਾਏ। ਜਿਹਦਾ ਮਨ ਮੰਨ ਗਿਆ ਕਰਤਾਰ ਦੇ ਅਕਾਲ ਪੁਰਖ ਵਾਹਿਗੁਰੂ ਦੇ ਅਹਿਸਾਸ ਵਿੱਚ। ਮਨੁੱਖ ਜਦੋਂ ਰੱਬ ਦੇ ਸੱਚੇ ਸੁੱਚੇ ਭੈ ਤੇ ਭਾਵ ਪ੍ਰੇਮ ਵਿੱਚ ਜੀਂਦਾ ਆ, ਜੀਵਨ ਇੱਕ ਨਵੀਂ ਰੌਸ਼ਨੀ ਪ੍ਰਾਪਤ ਕਰਦਾ ਹੈ। ਇੱਕ ਨਵੀਂ ਗਲੋਰੀ ਦੇ ਨਾਲ ਉਹਨੂੰ ਜਿਹੜਾ ਆ ਅਕਾਲ ਪੁਰਖ ਵਾਹਿਗੁਰੂ ਉਹਨੂੰ ਬਲੈਸ ਕਰਦਾ ਆ। ਜੀਵਨ ਦੇ ਹਰ ਕਦਮ ਦੇ ਨਾਲ ਬੰਦੇ ਦੀ ਚੜ੍ਹਾਈ ਹੁੰਦੀ ਹੈ। ਉਹਨੂੰ ਜੈ ਜੈਕਾਰ ਵਾਲੇ ਅਮਲ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹਦੇ ਜੀਵਨ ਵਿੱਚੋਂ ਚੰਗਿਆਈਆਂ, ਅੱਛਾਈਆਂ, ਸ਼ੁਭਤਾ, ਅਕਲ, ਸੋਝੀ, ਜੀਵਨ ਦਾ ਹਰ ਮਾਣਕ, ਹਰ ਮੋਤੀ ਝੜ ਝੜ ਕੇ ਪੈਂਦਾ। ਸੋ ਇਹ ਇਹੋ ਜਿਹੀ ਚੀਜ਼ ਜਿਹੜੀ ਇਹ ਹੈ ਜਦੋਂ ਨਾਮ ਸਮਾ ਗਿਆ ਅੰਦਰ। ਗੁਰੂ ਸਾਹਿਬ ਨੇ ਬਿਆਨ ਕੀਤਾ ਆ, ਹਰ ਭਗਤਾਂ ਕੀ ਜਾਤ ਪੱਤ ਹੈ, ਭਗਤ ਹਰ ਕੈ ਨਾਮ ਸਮਾਣੇ ਰਾਮ। ਹਰ ਭਗਤ ਕਰੈ ਵਿੱਚੋਂ ਆਪ ਗਵਾਵੇਂ। ਹਾਂ, ਇੱਕ ਨਿਸ਼ਾਨੀ ਭਗਤਾਂ ਦੀ ਜ਼ਰੂਰ ਹੈ, ਉਹ ਵਿੱਚੋਂ ਆਪਣਾ ਆਪ ਗਵਾ ਦਿੰਦੇ ਨੇ, ਹੰਕਾਰ ਦੀ ਬਿਰਤੀ ਚੋਂ ਬਾਹਰ ਆ ਜਾਂਦੇ ਨੇ। ਸਪੋਜ਼ ਜੇ ਮੈਂ ਇਸ ਰੂਪ ਵਿੱਚ ਬਿਆਨ ਕਰਾਂ, ਹਾਲਾਂਕਿ ਪੰਜਾਬ ਤੇ ਪੰਜਾਬ ਦੀ ਤਰਬੀਅਤ ਦੇ ਵਿੱਚ ਗੁਰੂ ਦਾ ਸੰਦੇਸ਼ ਘੁਲਿਆ ਆ, ਉਹਦੀ ਆਵਾ ਆਪਣੇ ਆਪ ਵਿੱਚ ਹੀ ਬੜੀ ਮੰਡਤ ਹੈ। ਪਰ ਜਿਵੇਂ ਸਾਰੀ ਇੱਕ ਤਨਜ਼ੀਮ, ਇੱਕ ਪੂਰਾ ਦਾ ਪੂਰਾ ਇੱਕ ਮੂਵਮੈਂਟ ਚਲਾਈ, ਉੱਥੇ ਨੌਜਵਾਨ ਬੱਚਿਆਂ ਨੇ, ਹੋਰਾਂ ਨੇ ਅਗਵਾਈ ਇੱਕ ਉਸ ਲੈਵਲ ਤੇ ਆ ਗਈ। ਇਹ बचन ਅਸੀਂ सोशल मीडिया राही, और मीडिया राही, पंजाब हमारा बड़ा भाई है, ये आगे लग गया, इसने बात करी, हम इसको आगे ले जाएंगे। तुसीं ये चीज़ां सुन रहे हो सारियां उस रूप दे विच। ये सब दे नाल मैं कहांगा जिम्मेवारी भी वध जाती है। ये भी चेते रखिए, दा एहसास सिर साडी सुरत च रहना चाहिए है। जदों तुहानूं वडेरी थां ते बिठाता, फिर ज़्यादा अखां तुहानूं देख रही। बी sincere. That time people are expecting some kind of wise act. जी, हालांकि मैंने पता है ग्लोबल लेवल ते संगत सुनती है या यूट्यूब राही वॉच किया जाता सारा प्रोग्राम। जे मैसेज किते पहुंचता है, भाई नूं ध्यान रखना है। ये हौमे की गल नहीं गई। जिवें बीते कल बात हो रही सी ना कि जदों फल लगता है उदों बूटा लिफ जाता है। बस ये बात है,
ਆਪਣੇ ਆਪ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਤੇ ਵਾਹਿਗੁਰੂ ਦੀ ਬਣਾਈ ਕਾਇਨਾਤ ਮਨੁੱਖਾਂ ਦੀ ਸੇਵਾ ਚ ਲਾਉਣਾ। ਇੱਥੇ ਬਚਨ ਆਇਆ ਆ ਸਾਹਿਬ ਜ਼ਿਕਰ ਕਰਦੇ, ਹਰ ਭਗਤ ਕਰੈ ਵਿੱਚੋਂ ਆਪ ਗਵਾਵੈ, ਜਿਨ ਗੁਣ ਅਵਗਣ ਪਛਾਣੇ ਰਾਮ। ਤੇ ਭਗਤ ਉਹ ਹੀ ਜਿਹਨੂੰ ਗੁਣ ਅਵਗੁਣ ਦਾ ਪਤਾ ਲੱਗ ਗਿਆ, ਕੀ ਕਰਨ ਯੋਗ ਹੈ ਕੀ ਨਹੀਂ ਕਰਨ ਯੋਗ। ਗੁਣ ਅਵਗਣ ਪਛਾਣੇ, ਹਰ ਨਾਮ ਵਖਾਣੇ, ਭੈ ਭਗਤ ਮਿੱਠੀ ਲਾਗੇ। ਉਹੀ ਵਿਆਖਿਆ ਬਿਲਕੁਲ ਜਿਹੜੀ ਬੀਤੇ ਕੱਲ ਭਗਤ ਦੀ ਕਰ ਰਹੇ ਸੀਗੇ। ਗੁਣ ਅਵਗੁਣ ਦੀ ਪਛਾਣ ਆ ਗਈ, ਨਾਮ ਦਾ ਵਖਾਣ ਵਿਆਖਿਆਨ ਕਰਨਾ। ਇੱਕ ਤੇ ਹੁੰਦਾ ਬੋਲ ਬੋਲ ਕੇ ਮੈਂ ਗੱਲਾਂ ਕਰਨਾ ਜਿਸ ਤਰੀਕੇ ਨਾਲ, ਪਰ ਕੱਲਾ ਇਹ ਨਹੀਂ, ਮੇਰਾ ਅਮਲ ਅਮਾਲ, ਮੇਰਾ ਜੀਵਨ ਦਾ ਰੰਗ, ਮੇਰੇ ਜੀਵਨ ਜੀਣ ਦਾ ਤਰੀਕਾ, ਪਹਿਲੂ, ਹਰ ਚੀਜ਼ ਇਸ ਚੀਜ਼ ਨਾਲ ਰਿਲੇਟ ਕਰਦੀ ਹੈ। ਨਾਲ ਕਿਹਾ ਭੈ ਭਗਤ ਮਿੱਠੀ ਲਾਗੀ ਰਾਮ, ਪ੍ਰਭੂ ਦੀ ਭੈ ਵਿੱਚ ਰਹਿਣ ਵਾਲੀ ਜਿਹੜੀ ਭਗਤੀ ਉਹ ਮਿੱਠੀ ਲੱਗੇ। ਮਤਲਬ ਕਿਸੇ ਡਿਸਿਪਲਿਨ ਨੂੰ ਫੋਲੋ ਕਰਨਾ ਬੰਦੇ ਦੇ ਜੀਵਨ ਨੂੰ ਨੁਸ਼ਿਆਦ ਹੈ। ਨਹੀਂ ਤੇ ਬੰਦਾ ਡਿਸਿਪਲਿਨ ਨੂੰ ਮਨ ਮਾਰ ਕੇ ਫੋਲੋ ਕਰਦਾ, ਬੰਦਾ ਕਹਿੰਦਾ ਨੋ ਨੋ ਇਟਸ ਵੈਰੀ ਹਾਰਡ ਟੂ ਫੀਲ to follow any kind of discipline, to follow any kind of you can say code of conduct. But when people follow it with open mind, with some kind of in engagement where they feel very happy, they have the confidence, yes, because I'm very blessed, I have this kind of teachings, code of conducts which is helping me to go on a higher level, to have some kind of human virtues, to enjoy or to attain some kind of extra human qualities in my life. ਇਹ ਉਹ ਚੀਜ਼ ਆ ਜਾਂਦੀ ਉਹਨੂੰ ਫਿਰ ਮਿੱਠੀ ਲੱਗਦੀ ਹੈ। ਅਗਲਾ ਬਚਨ ਲਿਖਿਆ, ਅਨਦਿਨ ਭਗਤ ਕਰਹਿ ਦਿਨ ਰਾਤੀ, ਘਰ ਹੀ ਮੈਂ ਬੈਰਾਗੀ। ਫਿਰ ਉਹ ਭਗਤੀ ਕਰਦੇ ਤੇ ਹਿਰਦੇ ਘਰ 'ਚ ਹੀ ਬੈਰਾਗੀ ਹੋ ਜਾਂਦੇ। ਬੈਰਾਗੀ ਰਾਗ ਦੀ ਨੈਕਸਟ ਲੈਵਲ ਹੈ, ਰਾਗ ਬੈਰਾਗ ਤੇ ਅਨੁਰਾਗ। ਕਿਸ ਦਿਨ ਜ਼ਿਕਰ ਆਇਆ, ਡਿਟੇਲ 'ਚ ਬਾਤ ਪਾਵਾਂਗੇ। ਭਗਤੀ ਰਾਤੇ ਸਦਾ ਮਨ ਨਿਰਮਲ, ਹਰ ਜਿਉ ਵੇਖੈ ਸਦਾ ਨਾਲ। ਤੇ ਇਹੋ ਜਿਹੇ ਭਗਤੀ 'ਚ ਰੱਤੇ ਹੋਏ ਮਨ ਕਰਕੇ, ਨਿਰਮਲ ਰਹਿਣ ਕਰਕੇ, ਹਰ ਜਿਉ ਵੇਖੈ ਸਦਾ ਨਾਲ। ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਅੰਗ ਸੰਗ ਵੇਖਦੇ ਨੇ। ਨਾਨਕ ਸੇ ਭਗਤ ਹਰ ਕੈ ਦਰ ਸਾਚੇ, ਅੰਧਿ ਨਾਮ ਸੰਭਾਲੇ। ਇਹ ਨਾਨਕ ਕਹਿ ਉਹ ਭਗਤ ਹਰੀ ਦੇ ਦਰ ਤੇ ਸੋਭਦੇ ਨੇ। ਨਾਨਕ ਸੇ ਭਗਤ ਹਰ ਕੈ ਦਰ ਸਾਚੇ, ਉਹ ਸੱਚੇ ਨੇ, ਉਹਨਾਂ ਨੂੰ ਉੱਥੇ ਵਡਿਆਈ ਹੈ। ਅੰਧਿ ਨਾਮ ਸੰਭਾਲੇ, ਜਿਹੜੇ ਦਿਨ ਰਾਤ ਨਾਮ ਦੀ ਸੰਭਾਲ ਕਰਦੇ, ਨਾਮ ਦੀ ਜੀਵਨ ਯਾਚਨਾ ਦੇ ਨਾਲ, ਯਾਪਨ ਦੇ ਨਾਲ ਆਪਣੇ ਆਪ ਨੂੰ ਜੋੜਦੇ। ਸਭ ਰਹਿਮਤ ਕਰਨ ਇਹਨਾਂ ਆਲਮੀ ਇਲਾਹੀ ਅਗੰਮੀ ਵਾਕਿਆਂ 'ਚੋਂ ਚੰਗੇਰੀ ਪ੍ਰੇਰਣਾ ਮਿਲੇ। ਅਸੀਂ ਗੁਰਮਤੀਏ ਬਣੀਏ, ਗੁਰੂ ਕੇ ਆਸ਼ੇ ਨਾਲ ਜੁੜ ਕੇ ਆਪਣੇ ਆਪ ਨੂੰ ਅਗਰਸਰ ਕਰੀਏ ਉਸ ਲੈਵਲ 'ਤੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਨਾ ਚਤਾਰਿਓ ਜੇ। ਇੱਥੇ ਸਮਾਪਤੀ ਕਰਦੇ ਹਾਂ ਆਵਾਜ਼ ਦੇ ਕੇ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।